ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਨਾਲ ਅਬੋਹਰ ਉੱਤਰ ਮੰਡਲ ਦੇ ਪ੍ਰਧਾਨ ਗੌਰਵ ਟੱਕਰ ਜੀ ਮੌਜੂਦ ਨੇ। ਗੌਰਵ ਜੀ ਵੈਲਕਮ ਉਦਿਆਨ ਐਕਸਪ੍ਰੈਸ ਤੇ ਤੁਹਾਡਾ। ਥੈਂਕ ਯੂ ਦਰਵਿੰਦਰ ਜੀ, ਥੈਂਕ ਯੂ ਸੋ ਮਚ। ਤੇ ਪਹਿਲਾਂ ਤਾਂ ਵਧਾਈ ਜੀ, ਹੁਣੇ ਨਵੇਂ ਥੋੜੇ ਦਿਨ ਹੋਏ ਆ ਤੁਸੀਂ ਪ੍ਰਧਾਨ ਬਣੇ ਹੋ। ਧੰਨਵਾਦ ਜੀ, ਧੰਨਵਾਦ। ਤੇ ਗੌਰਵ ਜੀ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬਿਲਕੁਲ ਇਲੈਕਸ਼ਨ ਦਾ ਟਾਈਮ ਹੈ ਜੀ। ਤੇ ਜਾਣਨਾ ਚਾਹਾਂਗੇ ਪਾਰਟੀ ਵੱਲੋਂ ਕੀ ਤਿਆਰੀਆਂ ਚੱਲ ਰਹੀਆਂ ਜੀ। ਠੀਕ ਹੈ ਜੀ। ਤੇ ਸਰ ਇਹ ਪੁੱਛਣਾ ਚਾਹੂੰਗਾ ਕਿ ਭਾਈਵਾਲ ਪਾਰਟੀ ਅਕਾਲੀ ਦਲ ਅਲੱਗ ਹੋਈ ਆਪਣੇ ਤੋਂ ਜੀ, ਇਸ ਵਕਤ ਕਿਸ ਕੰਡੀਸ਼ਨ ਦੇ ਵਿੱਚ ਅਬੋਹਰ ਦੇ ਵਿੱਚ ਬੀਜੇਪੀ ਹੈ? ਦਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਉਦਿਆਨ ਐਕਸਪ੍ਰੈਸ ਦੇ ਰਾਹੀਂ ਮੈਂ ਪੂਰੇ ਆਪਣੇ ਨਗਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਚਾਹੁੰਦਾ। ਲੋਹੜੀ ਵੀ ਆ ਰਹੀ ਹੈ, ਉਹਦੀ ਵੀ ਮੈਂ ਵਧਾਈ ਦੇਣਾ ਚਾਹੁੰਦਾ। ਤੁਹਾਡਾ ਕੁਐਸਚਨ ਪਹਿਲਾ ਕੁਐਸਚਨ ਹੀ ਬੜਾ ਖਤਰਨਾਕ ਤੁਸੀਂ ਕੁਐਸਚਨ ਪੁੱਛਿਆ। ਦੇਖੋ ਜੀ, ਭਾਈਵਾਲ ਪਾਰਟੀ ਸਾਡੇ ਤੋਂ ਉਹਨਾਂ ਨੇ ਗਠਬੰਧਨ ਧਰਮ ਤੋੜ ਕੇ ਉਹਨਾਂ ਨੇ ਕੀਤਾ। ਮੇਰਾ ਤੁਸੀਂ ਪਿੱਛੇ ਸੁਣਿਆ ਵੀ ਹੋਏਗਾ, ਸੁਖਬੀਰ ਬਾਦਲ ਜੀ ਸਾਨੂੰ ਵਿਸ਼ਵਾਸਘਾਤੀ ਕਹਿ ਰਹੇ ਹੈ। ਦਰਵਿੰਦਰ ਜੀ, ਪਹਿਲਾਂ ਤਾਂ ਉਹਨਾਂ ਨੂੰ ਆਪ ਦੇ ਵਿੱਚ ਦੇਖਣਾ ਚਾਹੀਦਾ ਹੈ, ਆਪਦੇ ਆਪ ਨੂੰ ਮੰਥਨ ਕਰਨਾ ਚਾਹੀਦਾ ਕਿ ਕੀ ਵਿਸ਼ਵਾਸਘਾਤੀ ਕੌਣ ਹੈ, ਅਸਲ ਵਿੱਚ ਕੌਣ ਹੈ। 2014 ਦੇ ਵਿੱਚ ਜਦੋਂ ਨਰਿੰਦਰ ਮੋਦੀ ਸਰਕਾਰ ਆਈ ਹੈ, ਉਦੋਂ ਤੋਂ ਲੈ ਕੇ 2019 ਦੇ ਵਿੱਚ ਜਦੋਂ ਦੁਬਾਰਾ ਸਰਕਾਰ ਆਈ ਹੈ, ਤੁਸੀਂ ਹਰ ਚੀਜ਼ ਦਾ ਲੁਤਫ ਉਠਾਇਆ ਹੈ। ਤਾਂ ਤੁਸੀਂ ਅੱਜ ਕਿਉਂ ਇਸ ਗੱਲ ਨੂੰ ਕਹਿ ਰਹੇ ਹੋ ਕਿ ਅਸੀਂ ਵਿਸ਼ਵਾਸਘਾਤੀ ਹਾਂ? ਤੁਸੀਂ ਆਪ ਉੱਥੇ ਸਾਈਨ ਕਰਦੇ ਹੋ, ਤੁਸੀਂ ਜਿਹੜਾ ਬਿੱਲ ਹੈ, ਜਿਹੜੇ ਕ੍ਰਿਸ਼ੀ ਬਿੱਲ ਹੈ, ਤੁਸੀਂ ਆਪ ਉਹਦੇ 'ਤੇ ਸਾਈਨ ਕਰਦੇ ਹੋ, ਅਤੇ ਅੱਜ ਤੁਸੀਂ ਸਾਨੂੰ ਵਿਸ਼ਵਾਸਘਾਤੀ ਕਹਿ ਰਹੇ ਹੋ। ਜਿਹੜੇ ਤਿੰਨੋਂ ਬਿੱਲ ਹੈ, ਉਹ ਤਿੰਨੋਂ ਬਿੱਲ ਕਿਸਾਨਾਂ ਦੇ ਫਾਇਦੇ ਦੇ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੁਹਾਨੂੰ ਪਹਿਲਾਂ ਪਤਾ ਸੀ, ਇਸੇ ਕਰਕੇ ਤੁਸੀਂ ਸਾਈਨ ਕੀਤਾ ਸੀ। ਅਗਰ ਆਪਾਂ ਅਬੋਹਰ ਦੀ ਗੱਲ ਕਰੀਏ, ਅਬੋਹਰ ਦੇ ਵਿੱਚ ਧਰਮਿੰਦਰ ਜੀ ਅਕਾਲੀ ਦਲ ਦਾ ਪਹਿਲਾਂ ਵੀ ਕੋਈ ਆਧਾਰ ਨਹੀਂ ਸੀ। ਮੇਰੇ ਮੰਡਲ ਦੀ ਗੱਲ ਕਰੀਏ, ਅਗਰ ਮੇਰੇ ਮੰਡਲ ਦੇ ਵਿੱਚ 26 ਵਾਰਡ ਆਉਂਦੇ ਆ, ਉਹਦੇ 'ਚੋਂ 5 ਵਾਰਡਾਂ 'ਤੇ ਅਕਾਲੀ ਦਲ ਲੜਦਾ ਸੀ। ਤਾਂ ਮੇਰੇ ਖਿਆਲ ਨਾਲ ਉਹ 5 ਦੇ ਵਿੱਚ ਉਹਨਾਂ ਦੀ ਸਥਿਤੀ ਬਹੁਤ ਮਾੜੀ ਹੈ। ਬਾਕੀ ਤਾਂ ਵਾਰਡਾਂ ਦੇ ਵਿੱਚ ਸ਼ਾਇਦ ਉਹਨਾਂ ਕੋਲ ਬੰਦੇ ਵੀ ਨਹੀਂ ਹੋਣ। ਤੁਸੀਂ ਇੱਕ ਬਿਆਨ ਹੋਰ ਵੀ ਦਿੱਤਾ ਸੀਗਾ ਕਿ ਜੇ ਤੁਸੀਂ ਪਾਰਟੀ ਨੂੰ ਬੀਜੇਪੀ ਨੂੰ ਵਿਸ਼ਵਾਸਘਾਤੀ ਕਹਿੰਦੇ, ਸੁਖਬੀਰ ਬਾਦਲ ਬਾਰੇ ਕਿਹਾ ਸੀ ਤੁਸੀਂ ਕਿ ਬਾਦਲ ਦੰਪਤੀ ਨੂੰ ਜਿਹੜਾ ਆਪਣੇ ਅਸਤੀਫੇ ਦੇਣੇ ਚਾਹੀਦੇ ਸਾਂਸਦ ਦੇ ਨਾਲ। ਬਿਲਕੁਲ ਭਾਈ ਸਾਹਿਬ, ਕਿਉਂ ਨਾ ਦੇਣ। 2014 ਦੇ ਵਿੱਚ ਵੀ ਤੁਸੀਂ ਦੇਖੋ, ਚਲੋ 2014 ਨੂੰ ਛੱਡੋ, ਮੈਂ 2019 ਦੀ ਗੱਲ ਕਰਨਾ। ਅਕਾਲੀ ਦਲ ਪਾਰਟੀ 10 ਸੀਟਾਂ 'ਤੇ ਲੋਕ ਸਭਾ ਚੁਣਾਵ ਲੜਦੀ ਹੈ ਅਤੇ ਉਹ 2 ਸੀਟਾਂ ਜਿੱਤਦੀ ਹੈ। ਅਸੀਂ 3 'ਤੇ ਚੁਣਾਵ ਲੜਦੇ ਹਾਂ ਅਤੇ ਅਸੀਂ ਵੀ 2 ਸੀਟਾਂ ਜਿੱਤਦੇ ਹਾਂ। ਤਾਂ ਪਾਰਟੀ ਦੀ ਪਰਸੈਂਟੇਜ ਆਫ ਵੋਟ ਦੀ ਅਗਰ ਆਪਾਂ ਗੱਲ ਕਰੀਏ, ਤੁਸੀਂ ਅਗਰ ਜਿੱਤੇ ਹੋ ਤਾਂ ਉਹ ਭਾਜਪਾ ਦੀ ਨੀਤੀਆਂ ਕਰਕੇ ਜਿੱਤੇ ਹੋ, ਮੋਦੀ ਸਰਕਾਰ ਦੀ ਲਹਿਰ ਕਰਕੇ ਜਿੱਤੇ ਹੋ। ਜੋ 2014 ਦੇ ਵਿੱਚ ਅਸੀਂ ਇੰਨਾ ਵਧੀਆ ਕੰਮ ਕੀਤਾ, ਉਸ ਕਰਕੇ ਤੁਸੀਂ ਜਿੱਤੇ ਹੋ। ਤਾਂ ਅੱਜ ਤੁਸੀਂ ਮੇਰੇ ਖਿਆਲ ਨਾਲ ਅਗਰ ਤੁਸੀਂ ਸਾਨੂੰ ਵਿਸ਼ਵਾਸਘਾਤੀ ਕਹਿ ਰਹੇ ਹੋ, ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਤੁਹਾਡੇ ਸੰਸਦ ਦੇ ਸੁੱਖ ਹੈ, ਉਹ ਛੱਡਣੇ ਚਾਹੀਦੇ ਆ, ਤੁਹਾਨੂੰ ਇਸਤੀਫਾ ਦੇ ਦੇਣਾ ਚਾਹੀਦਾ ਹੈ। ਗੌਰਵ ਜੀ, ਇਲੈਕਸ਼ਨ ਦਾ ਟਾਈਮ ਹੈ, ਨਗਰ ਨਿਗਮ ਬਣਿਆ, ਅਬੋਹਰ ਪਹਿਲੀ ਵਾਰੀ ਬਣਿਆ ਜੀ, 50 ਵਾਰਡ ਬਣੇ ਹੈ। ਤੁਹਾਡੇ ਕੋਲ ਜਿਹੜਾ ਇੱਧਰ 26 ਵਾਰਡ ਹੈ ਜੀ, ਤੇ ਕਿਸ ਤਰ੍ਹਾਂ ਦੀ ਤਿਆਰੀ ਹੈ ਪਾਰਟੀ ਦੀ? ਦੇਖੋ ਜੀ, ਸਾਡੀ ਪਾਰਟੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਪਾਰਟੀ ਦਾ ਆਧਾਰ ਬੀਜੇਪੀ ਦਾ ਹੀ ਹਮੇਸ਼ਾ ਤੋਂ ਰਿਹਾ ਹੈ। 10 ਸਾਲਾਂ ਤੋਂ ਸਾਡੀ ਕਮੇਟੀ ਵੀ ਰਹੀ ਹੈ, ਅਤੇ ਹੁਣ ਵੀ ਅਸੀਂ ਜਿਹੜਾ ਪਹਿਲਾ ਮੇਅਰ ਹੈ, ਜੋ ਨਗਰ ਨਿਗਮ ਦੇ ਚੁਣਾਵ ਪਹਿਲੀ ਵਾਰ ਬਣਿਆ, ਜਿਵੇਂ ਤੁਸੀਂ ਕਿਹਾ, ਤਾਂ ਉਹ ਜਿਹੜਾ ਪਹਿਲਾ ਮੇਅਰ ਹੋਏਗਾ ਉਹ ਭਾਜਪਾ ਦਾ ਹੀ ਬਣੇਗਾ। ਠੀਕ ਹੈ, ਤੁਹਾਨੂੰ ਵਿਸ਼ਵਾਸ ਹੈ ਪੂਰਾ? ਜੀ ਬਿਲਕੁਲ, ਕਿਉਂਕਿ ਲੋਕਾਂ ਨੂੰ ਸਭ ਪਤਾ ਹੈ ਧਰਮਿੰਦਰ ਜੀ। ਮੈਂ ਤੁਹਾਨੂੰ ਵੀ ਕਹਿਣਾ, ਤੁਸੀਂ ਇੱਕ ਪੱਤਰਕਾਰ ਹੋ, ਤੁਸੀਂ ਸੰਵਿਧਾਨ ਦੇ ਚੌਥੇ ਸਤੰਭ ਹੋ, ਤੁਹਾਨੂੰ ਵੀ ਇਹ ਚਾਹੀਦਾ ਹੈ ਕਿ RTI ਮੰਗੋ। RTI ਮੰਗ ਕੇ ਲੋਕਾਂ ਕੋਲ ਸੱਚੀ ਗੱਲ ਪਹੁੰਚਾਓ ਕਿ ਕੀ ਸ਼ਹਿਰ ਦੇ ਵਿੱਚ ਜਿਹੜਾ ਪੈਸਾ ਲੱਗ ਰਿਹਾ ਅੰਮ੍ਰਿਤ ਯੋਜਨਾ ਦਾ ਨਹੀਂ ਹੈ। ਉਹ ਅੰਮ੍ਰਿਤ ਯੋਜਨਾ ਦਾ ਹੀ ਪੈਸਾ ਹੈ, ਇੱਥੇ ਕੰਮ ਹੋ ਰਿਹਾ ਉਹ ਸਾਰਾ ਅੰਮ੍ਰਿਤ ਯੋਜਨਾ ਦਾ ਹੈ। ਅਤੇ ਸਾਰਿਆਂ ਨੂੰ ਪਤਾ ਹੈ ਅੰਮ੍ਰਿਤ ਯੋਜਨਾ ਦੀ ਜਿਹੜੀ ਸਕੀਮ ਹੈ ਉਹ ਮੋਦੀ ਸਰਕਾਰ ਨੇ ਦਿੱਤੀ ਸੀ, ਤਾਂ ਝੂਠ ਕਿਉਂ ਬੋਲਣਾ ਆਪਾਂ? ਨਹੀਂ ਸਰ, ਜਿਵੇਂ ਕਿ ਚੋਖੋ ਪ੍ਰੋਜੈਕਟ ਆਇਆ, ਕੁਛ ਹੁਣੇ 53 ਲੱਖ ਰੁਪਇਆ ਪੰਜਾਬ ਸਰਕਾਰ ਨੇ ਜਾਰੀ ਕੀਤਾ, ਇਹ ਵੀ ਮਤਲਬ ਕਾਂਗਰਸ ਵੱਲੋਂ ਇੱਕ ਅਲੱਗ ਜਿਹੜਾ ਕੀਤਾ ਜਾ ਰਿਹਾ ਹੁਣ ਤਾਂ। ਦੇਖੋ ਜੀ, ਜਦੋਂ ਅੰਮ੍ਰਿਤ ਯੋਜਨਾ ਆਈ ਸੀਗੀ, ਉਹਦੇ ਵਿੱਚ ਕੁਛ ਇੱਕ ਹਿੱਸਾ ਸਟੇਟ ਗੌਰਮੈਂਟ ਦਾ ਵੀ ਰੱਖਿਆ ਗਿਆ ਸੀਗਾ, ਜੋ ਕਿ ਇਹਨਾਂ ਨੇ ਅੰਮ੍ਰਿਤ ਯੋਜਨਾ ਜਦੋਂ ਆਈ 18 ਮਹੀਨੇ ਦਾ ਪ੍ਰੋਜੈਕਟ ਸੀ। ਪੈਸਾ ਜਦੋਂ ਫਸਟ ਕਿਸ਼ਤ ਆਈ, ਦੂਜੀ ਕਿਸ਼ਤ ਆਈ, ਉਦੋਂ ਇਹਨਾਂ ਨੇ ਪੈਸਾ ਲਗਾਇਆ ਹੀ ਨਹੀਂ, ਉਹ ਪੈਸਾ ਵਾਪਸ ਜਾਂਦਾ ਰਿਹਾ। ਇਹ ਪੈਸਾ ਉਹੀ ਹੈ ਜਿਹੜਾ ਵਾਪਸ ਕਰ ਰਹੇ ਆ। ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਹੁਣ ਤੱਕ ਜਿਹੜਾ ਜੋ ਵੀ ਪੈਸਾ ਲੱਗ ਰਿਹਾ ਉਹ ਅੰਮ੍ਰਿਤ ਯੋਜਨਾ ਦਾ? ਬਿਲਕੁਲ, ਤੁਸੀਂ ਦੇਖੋ ਕਮਿਸ਼ਨਰ ਸਾਹਿਬ ਨੇ ਵੀ ਇੱਕ ਬਹੁਤ ਅੱਛੀ ਗੱਲ ਕਹੀ ਹੈ। ਮੈਂ ਕਮਿਸ਼ਨਰ ਸਾਹਿਬ ਦਾ ਰਿਣੀ ਵੀ ਹਾਂ ਇਸ ਗੱਲ 'ਤੇ ਕਿ ਉਹਨਾਂ ਨੇ ਆਪ ਕਿਹਾ ਕਿ ਅੰਮ੍ਰਿਤ ਯੋਜਨਾ ਦੇ ਤਹਿਤ ਸਾਰਾ ਕੰਮ ਹੋ ਰਿਹਾ। ਠੀਕ ਹੈ, ਹੁਣੇ ਤੁਸੀਂ ਉਹਨਾਂ ਦਾ ਪਿੱਛੇ ਬਿਆਨ ਵੀ ਪੜ੍ਹਿਆ ਹੋਵੇਗਾ, ਅੰਮ੍ਰਿਤ ਯੋਜਨਾ ਜੂਨ ਤੱਕ ਅਸੀਂ ਕੰਪਲੀਟ ਕਰ ਦਾਂਗੇ। ਤਾਂ ਇਹਦੇ ਨਾਲ ਤਾਂ ਜ਼ਾਹਿਰ ਹੁੰਦਾ ਹੈ ਕਿ ਸਾਰਾ ਦਾ ਸਾਰਾ ਪੈਸਾ ਅੰਮ੍ਰਿਤ ਯੋਜਨਾ ਦੇ ਤਹਿਤ ਹੈ। ਠੀਕ ਹੈ। ਗੌਰਵ ਜੀ, ਇਲੈਕਸ਼ਨ ਦੇ ਵਿੱਚ ਇਸ ਵਕਤ ਵਾਰਡ ਦੇ ਵਿੱਚ ਜਿਹਨੇ ਪ੍ਰਤਿਆਸ਼ੀਆਂ ਦੀ ਆਪਾਂ ਗੱਲ ਕਰੀਏ ਤਾਂ ਕਿੰਨੇ ਕੁ, ਆਪਾਂ ਟੋਟਲ ਗੱਲ ਕਰਾਂਗੇ ਸ਼ਹਿਰ ਦੀ, ਵੈਸੇ ਤੁਹਾਡਾ ਮੰਡਲ ਇੱਧਰ ਉੱਤਰ ਮੰਡਲ ਹੈ, ਪਰ ਆਪਾਂ ਸ਼ਹਿਰ ਦੀ ਗੱਲ ਕਰੀਏ ਤਾਂ ਕਿੰਨੇ ਕੁ ਜੋ ਕੈਂਡੀਡੇਟ ਹੈ ਬੀਜੇਪੀ ਵੱਲੋਂ ਡਿਸਾਈਡ ਕਰ ਦਿੱਤੇ ਗਏ ਜੀ? ਭਾਈ ਸਾਹਿਬ, ਸਾਡੇ ਭਾਜਪਾ ਦੇ ਵਿੱਚ ਇੱਕ ਪ੍ਰੋਸੈਸ ਹੁੰਦਾ ਹੈ। ਉਹ ਪ੍ਰੋਸੈਸ ਇਹ ਹੈ ਕਿ ਮੈਂ 26 ਵਾਰਡਾਂ ਦਾ ਪ੍ਰਧਾਨ ਮੈਨੂੰ ਲਗਾਇਆ ਗਿਆ ਹੈ। ਮੰਡਲ ਜੋ ਸ਼ਹਿਰੀ ਪ੍ਰਧਾਨ ਜਿਹਨੂੰ ਆਪਾਂ ਕਹਿੰਦੇ ਹਾਂ, ਉੱਤਰ ਮੰਡਲ ਅਬੋਹਰ, ਉਹਦਾ ਮੈਨੂੰ ਪ੍ਰਧਾਨ ਲਗਾਇਆ ਗਿਆ। ਮੈਂ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰਾਂਗਾ।
26 ਵਾਰਡਾਂ ਦਾ ਮੈਂ ਪ੍ਰਧਾਨ ਹਾਂ। ਮੇਰੇ ਕੋਲ ਹਰ ਵਾਰਡ ਦੇ ਵਿੱਚ 2 ਤੋਂ 3 ਕੈਂਡੀਡੇਟ ਹੈਗੇ ਹੈ ਤੇ ਇਹੋ ਜਿਹੇ ਕੈਂਡੀਡੇਟ ਵੀ ਹੈ ਜਿਹੜੇ ਕਿ ਜੇਤੂ ਹੁੰਦੇ ਹੈ। ਅਸੀਂ ਉਹ ਪਹਿਲਾਂ ਨਹੀਂ ਕਰਦੇ। ਅਸੀਂ ਕਿਉਂਕਿ ਇੱਕ ਨਾ ਜੀ ਡੈਕੋਰਮ ਜ਼ਰੂਰ ਮੇਨਟੇਨ ਰੱਖਣਾ ਚਾਹੀਦਾ ਹੈ। ਮੈਂ ਵੀ ਅਗਰ ਹੋ ਸਕਦਾ ਮੈਂ ਵੀ ਪ੍ਰਤਿਆਸ਼ੀ ਹੋਵਾਂ, ਹੋ ਸਕਦਾ ਮੇਰੇ ਵਾਰਡ ਦੇ ਵਿੱਚ 2 ਹੋਰ ਹੋਣ, ਟਿਕਟ ਇੱਕ ਨੂੰ ਮਿਲਣੀ ਹੈ। ਅਗਰ ਮੈਂ ਉਹਨਾਂ ਦਾ ਨਾਮ ਹੀ ਅਗਰ ਮੈਂ ਜ਼ਾਹਿਰ ਕਰਦਾ ਜਾਂ ਮੈਂ ਅਖਬਾਰਾਂ ਦੇ ਵਿੱਚ ਦੇ ਦਾਂਗਾ ਤਾਂ ਸ਼ਾਇਦ ਉਹਨਾਂ ਦੇ ਮਨ 'ਚ ਜਦੋਂ ਟਿਕਟ ਨਹੀਂ ਮਿਲੇਗੀ ਤਾਂ ਉਹਨਾਂ ਦੇ ਮਨ 'ਚ ਕੁਛ ਨਾ ਕੁਛ ਜ਼ਰੂਰ ਰਹਿ ਜਾਏਗਾ ਕਿ ਲੋਕਾਂ ਦੇ ਅੱਗੇ ਮੇਰਾ ਉਹ ਕਰ ਦਿੱਤਾ ਗਿਆ। ਤਾਂ ਇਸ ਕਰਕੇ ਸਾਡੇ ਕੋਲ ਹਰ ਵਾਰਡ ਦੇ ਵਿੱਚ 2 ਤੋਂ 3 ਪ੍ਰਤਿਆਸ਼ੀ ਹੈ ਤੇ ਅਸੀਂ ਮੇਅਰ ਪਹਿਲਾਂ ਭਾਜਪਾ ਹੀ ਬਣਾਏਗੀ। ਕਦੋਂ ਤੱਕ ਡਿਕਲੇਅਰ ਹੋਣ ਦੀ ਉਮੀਦ ਹੈ ਕਿ ਜਿਹੜੇ ਪ੍ਰਤਿਆਸ਼ੀਆਂ ਦੇ ਨਾਮ ਸਾਹਮਣੇ ਆ ਜਾਣਗੇ? ਦੇਖੋ ਜੀ, ਪਹਿਲਾਂ ਤਾਂ ਚੁਣਾਵ ਡਿਕਲੇਅਰ ਹੋਣ ਦੀ ਹੈ ਆਪਾਂ। ਦੂਸਰੀ ਗੱਲ ਹੈ, ਸਾਡੇ ਭਾਜਪਾ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਸਿਸਟਮ ਹੁੰਦਾ ਹੈ। ਸਾਡੇ ਵਨ ਮੈਨ ਸ਼ੋਅ ਕਦੇ ਵੀ ਨਹੀਂ ਰਿਹਾ। ਸਾਡੇ ਇੱਕ ਕੋਰ ਕਮੇਟੀ ਹੁੰਦੀ ਹੈ ਜਿੰਦੇ 7 ਤੋਂ 9 ਮੈਂਬਰ ਰਹਿੰਦੇ ਹੈ। ਉਹ 9 ਮੈਂਬਰ ਬੈਠਦੇ ਹੈ, ਉਹ ਡਿਸਕਸ ਕਰਦੇ ਹੈ ਇੱਕ ਸੀਟ ਦੇ ਉੱਤੇ, ਇੱਕ ਪ੍ਰਤਿਆਸ਼ੀ ਦੇ ਉੱਤੇ। ਜਿਹੜਾ ਵੀ ਜੇਤੂ ਕੈਂਡੀਡੇਟ ਹੁੰਦਾ ਹੈ ਉਹਨੂੰ ਟਿਕਟ ਮਿਲ ਜਾਂਦੀ ਹੈ। ਆਪਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਤੱਕ ਡੇਟਾ ਨਹੀਂ ਡਿਕਲੇਅਰ ਹੁੰਦੀਆਂ ਉਦੋਂ ਤੱਕ ਆਪਣਾ ਇਹ ਪ੍ਰੋਸੈਸ ਹੋਏਗਾ ਵੀ ਉਦੋਂ ਤੱਕ ਪ੍ਰਤਿਆਸ਼ੀ ਜਿਹੜੇ ਘੋਸ਼ਿਤ ਨਹੀਂ ਹੋਣਗੇ ਜੀ। ਦੇਖੋ ਜੀ, ਪਹਿਲਾਂ ਤਾਂ ਚੁਣਾਵ ਦੀ ਡੇਟ ਆਉਣੀ ਬਹੁਤ ਜ਼ਰੂਰੀ ਹੈ। ਇਹ ਤਾਂ ਉਸ ਤੋਂ ਬਾਅਦ ਦੀ ਹੀ ਮੇਰੇ ਕੰਡਕਟ ਜਦੋਂ ਲੱਗੇ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਹੀ ਮੇਰੇ ਖਿਆਲ ਨਾਲ ਪ੍ਰਤਿਆਸ਼ੀਆਂ ਦਾ ਹੋਣਾ ਚਾਹੀਦਾ। ਇਹ ਮੇਰੀ ਪਰਸਨਲ ਨਿੱਜੀ ਰਾਏ ਹੈ। ਬਾਕੀ ਪਾਰਟੀ ਜਿਵੇਂ ਸਾਨੂੰ ਕਹੇਗੀ ਅਸੀਂ ਉਵੇਂ ਸਾਡੀ ਤਿਆਰੀ ਪੂਰੀ ਹੈ। ਭਾਰਤੀ ਜਨਤਾ ਪਾਰਟੀ ਉੱਤਰ ਮੰਡਲ ਅਬੋਹਰ ਦੀ ਤਿਆਰੀ ਪੂਰੀ ਹੈ। ਇਹਨਾਂ ਨਗਰ ਨਿਗਮ ਚੋਣਾਂ ਦੀ ਆਪਾਂ ਗੱਲ ਕਰੀਏ, ਨਗਰ ਨਿਗਮ ਚੋਣਾਂ ਦੇ ਵਿੱਚ ਤੁਸੀਂ ਮੇਨ ਮੁਕਾਬਲਾ ਕਿਸ ਪਾਰਟੀ ਨਾਲ ਮੰਨਦੇ ਹੋ? ਦੇਖੋ, ਦੁਸ਼ਮਣ ਤਾਂ ਕੋਈ ਵੀ ਕਮਜ਼ੋਰ ਨਹੀਂ ਹੁੰਦਾ। ਇਹ ਤਾਂ ਸ਼ੁਰੂ ਤੋਂ ਹੀ ਇੱਕ ਜਿਹੜੇ ਅਸੀਂ ਸੁਣਦੇ ਆ ਰਹੇ ਹਾਂ ਬਚਪਨ ਤੋਂ। ਦੇਖੋ ਜੀ, ਹਰ ਬੰਦੇ ਦੀ ਲੋਕਤੰਤਰ ਦੇ ਵਿੱਚ ਹਰ ਬੰਦੇ ਦੀ ਆਪਦੀ ਇੱਕ ਨਿੱਜੀ ਰਾਏ ਜ਼ਰੂਰ ਹੁੰਦੀ ਹੈ। ਉਹਨਾਂ ਦੀ ਵੀ ਇੱਕ ਆਪਦੀ ਨਿੱਜੀ ਰਾਏ ਹੋਏਗੀ। ਅਸੀਂ ਪਹਿਲਾਂ ਉਹਨਾਂ ਦੇ ਨਾਲ ਵੀ ਰਹੇ ਹਾਂ, ਲੇਕਿਨ ਇਸ ਵੇਲੇ ਮੈਂ ਇਹ ਨਹੀਂ ਕਹੂੰਗਾ ਕਿ ਸਾਡਾ ਡਾਇਰੈਕਟ ਕਿਸੇ ਦੇ ਨਾਲ ਮੁਕਾਬਲਾ ਹੈ। ਇਹੋ ਜਿਹਾ ਕੁਛ ਨਹੀਂ ਹੈ। ਹਾਂ, ਬਾਕੀ ਉਹ ਤਾਂ ਤੁਹਾਨੂੰ ਵੀ ਪਤਾ ਕਿ ਜਿਹੜੀ ਖੇਤਰੀਆਂ ਪਾਰਟੀਆਂ ਉਹ ਇਸ ਵੇਲੇ ਇੰਨਾ ਉਹਨਾਂ ਦਾ ਕੁਛ ਨਹੀਂ ਰਿਹਾ ਹੈ, ਵਜੂਦ ਨਹੀਂ ਹੈ ਅਬੋਹਰ ਦੇ ਵਿੱਚ। ਤਾਂ ਨੈਸ਼ਨਲ ਪਾਰਟੀਜ਼ ਦੇ ਵਿੱਚ ਹੀ ਮੁਕਾਬਲਾ ਰਹੇਗਾ। ਤੁਸੀਂ ਕਿ ਕਾਂਗਰਸ ਨਾਲ ਮੁਕਾਬਲਾ ਬੀਜੇਪੀ ਦਾ ਸ਼ੁਰੂ ਤੋਂ ਹੀ ਐਵੇਂ ਰਿਹਾ ਤਾਂ ਹੁਣ ਵੀ ਖੇਤਰੀ ਪਾਰਟੀਜ਼ ਦਾ ਇੰਨਾ ਕੋਈ ਨਹੀਂ ਰਹੇਗਾ ਜੀ। ਸਰ, ਤੁਸੀਂ ਅਕਾਲੀ ਦਲ ਨਾਲ ਅਲੱਗ ਹੋ ਚੁੱਕੇ ਹੋ ਜੀ, ਅਤੇ ਕੀ ਲੱਗਦਾ ਹੈ ਕਿ ਉਹਦਾ ਤੁਹਾਨੂੰ ਕੋਈ ਨੁਕਸਾਨ ਹੋਏਗਾ ਪਾਰਟੀ ਨੂੰ ਜਾਂ ਨਹੀਂ ਹੋਏਗਾ ਜੀ? ਧਰਮਿੰਦਰ ਜੀ, ਤੁਸੀਂ ਅਕਾਲੀ ਦਲ ਨੂੰ ਜ਼ਿਆਦਾ ਕੁਐਸਚਨ ਪੁੱਛ ਰਹੇ ਹੋ ਮੇਰੇ ਤੋਂ। ਸਰ, ਅਲੱਗ ਹੋਇਆ ਤਾਂ ਠੀਕ ਹੈ, ਚਲੋ ਤੁਹਾਡਾ ਕੁਐਸਚਨ ਸਹੀ ਹੈ। ਮੈਂ ਇਹੋ ਜਿਹਾ ਕੁਝ ਵੀ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਅਬੋਹਰ ਹਲਕੇ ਦੇ ਵਿੱਚ ਹਮੇਸ਼ਾ ਤੋਂ ਜਿਹੜਾ ਆਧਾਰ ਰਿਹਾ ਉਹ ਭਾਰਤੀ ਜਨਤਾ ਪਾਰਟੀ ਦਾ ਹੀ ਰਿਹਾ। ਤਾਂ ਭਾਰਤੀ ਜਨਤਾ ਪਾਰਟੀ ਦਾ ਹੀ ਰਹੇਗਾ। ਇਹਦੇ 'ਚ ਅਕਾਲੀ ਦਲ ਦਾ ਪਹਿਲਾਂ ਵੀ ਵਜੂਦ ਨਹੀਂ ਸੀ, ਹੁਣ ਵੀ ਵਜੂਦ ਨਹੀਂ ਹੋਏਗਾ। ਠੀਕ ਹੈ। ਹਾਂ, ਤਾਂ ਇਹੋ ਜਿਹਾ ਕੁਝ ਨਹੀਂ ਰਹੇਗਾ। ਆਮ ਆਦਮੀ ਪਾਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਨਹੀਂ ਜੀ, ਉਹ ਕਹਿੰਦੇ ਆ ਜੀ ਝੂਠ ਦੀ ਰਾਜਨੀਤੀ ਕਰਨ ਵਾਲੀ ਪਾਰਟੀ ਨੂੰ ਕਦੇ ਵੀ ਅੱਗੇ ਨਹੀਂ ਲਿਆਉਣਾ ਚਾਹੀਦਾ। ਤਾਂ ਉਹਨਾਂ ਦੇ ਸੀਐਮ ਹੀ ਹਮੇਸ਼ਾ ਤੋਂ ਝੂਠ ਦੀ ਰਾਜਨੀਤੀ ਕਰਨ ਵਿੱਚ ਰਹੇ ਹੈ। ਤਾਂ ਮੈਂ ਅਬੋਹਰ ਦੀ ਗੱਲ ਨਹੀਂ, ਮੈਂ ਪੂਰੇ ਪੰਜਾਬ ਦੀ ਗੱਲ ਕਰਨਾ। ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਰਹੇਗਾ ਇੱਥੇ। ਤਾਂ ਦੋਸਤੋ, ਤੁਸੀਂ ਗੌਰਵ ਠੱਕਰ ਜੀ ਨੂੰ ਸੁਣਿਆ। ਇਹਨਾਂ ਦਾ ਦਾਅਵਾ ਹੈ ਕਿ ਅਗਲਾ ਮੇਅਰ ਜਿਹੜਾ ਹੈ ਉਹ ਬੀਜੇਪੀ ਦਾ ਬਣੇਗਾ। ਬਾਕੀ ਇਲੈਕਸ਼ਨ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਪਾਰਟੀ ਕਿਹੜੀ ਨੂੰ ਜਿੱਤ ਮਿਲਦੀ ਹੈ, ਕਿਹਦਾ ਮੇਅਰ ਬਣਦਾ ਹੈ। ਅਤੇ ਤੁਸੀਂ ਦੇਖਦੇ ਰਹੋ ਉਦਿਆਨ ਐਕਸਪ੍ਰੈਸ। ਅੱਗੇ ਵੀ ਇਸੇ ਤਰ੍ਹਾਂ ਦੇ ਆਪਾਂ ਇੰਟਰਵਿਊ ਲੈ ਕੇ ਆਉਂਦੇ ਰਹਾਂਗੇ, ਸਾਰੇ ਨੇਤਾਵਾਂ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ। ਜੈ ਭਾਰਤ, ਜੈ ਹਿੰਦ।